ओम शांति सत श्री अकाल। मैं अमरजीत कौर दुआ बैंकॉक थाईलैंड तो इस एक ओंकार एक परमात्मा ਦੀ ਇਸ ਲੜ ਵਿੱਚ ਆਪ ਜੀ ਦੇ ਨਾਲ ਆਪਾਂ ਜਪਜੀ ਸਾਹਿਬ ਦਾ ਖੋਜ ਕਰ ਰਹੇ ਹਾਂ। ਉਸ ਇੱਕ ਓਂਕਾਰ ਨੂੰ ਸਮਝ ਰਹੇ ਹਾਂ ਬਾਣੀ ਰਾਹੀਂ, ਗੁਰਬਾਣੀ ਰਾਹੀਂ। ਅਤੇ ਜਪਜੀ ਸਾਹਿਬ ਦੇ ਖੂਬਸੂਰਤ ਇੱਕ ਇੱਕ ਵਚਨ ਨੂੰ ਆਪਾਂ ਰਲ ਕੇ ਸੁਣ ਰਹੇ ਹਾਂ, ਉਸ ਨੂੰ ਸਮਝ ਰਹੇ ਹਾਂ, ਉਸ ਨੂੰ ਜ਼ਿੰਦਗੀ ਵਿੱਚ ਲਿਆ ਰਹੇ ਹਾਂ ਅਤੇ ਸਿਮਰਨ ਕਰ ਰਹੇ ਹਾਂ। ਸੁਣਨ ਵੇਲੇ ਵੀ ਆਪਾਂ ਆਪਣਾ ਮਨ ਦੇ ਅੰਦਰ ਉਹ ਰਤਨ ਜਵਾਹਰ ਮਾਨਿਕ ਨੂੰ ਪਹਿਚਾਣ ਲਿਆ ਕਿ ਮੈਂ ਆਤਮਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਅਸੀਂ ਜਾਣ ਚੁੱਕੇ ਹਾਂ ਅਤੇ ਆਪਣੇ ਮਨ ਨੂੰ ਪਹਿਲਾਂ ਹਮੇਸ਼ਾ ਹਰ ਐਪੀਸੋਡ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਜੋਤੀ ਬਿੰਦੂ ਆਤਮਾ ਦੇਖੀਏ। ਉਸ ਮਨ ਦੇ ਸਕਰੀਨ ਉੱਤੇ ਮੈਂ ਜੋਤੀ ਬਿੰਦੂ ਆਤਮਾ ਅਤੇ ਤੂੰ ਜੋਤੀ ਬਿੰਦੂ ਪਰਮਾਤਮਾ। ਇਹ ਜੋ ਸਕਰੀਨ ਹੈ ਨਾ ਮਨ ਦੇ ਵਿੱਚ ਅੰਦਰ ਇੱਕ ਅਲੱਗ ਸਕਰੀਨ ਹੈ ਜੋ ਦੇਖ ਸਕਦਾ ਹੈ, ਜੋ ਇਸ ਬਾਹਰਲੀ ਅੱਖਾਂ ਤੋਂ ਉੱਤੇ ਵੇ ਅਲੱਗ ਹੈ। ਇਸ ਮਨ ਦੀ ਸਕਰੀਨ ਨੂੰ ਪਕੜ ਕੇ ਰੱਖਣਾ, ਕੰਨ ਰਾਹੀਂ ਸੁਣਨਾ, ਆਂਖੇ ਰਾਹੀਂ ਦੇਖਣਾ, ਪਰ ਮਨ ਦੇ ਸਕਰੀਨ ਉੱਤੇ ਜੋਤੀ ਬਿੰਦੂ ਮੈਂ ਆਤਮਾ ਤੂੰ ਪਰਮ ਪਿਤਾ ਤੂੰ ਪਰਮਾਤਮਾ ਔਰ ਮੈਂ ਤੇਰੇ ਨਾਲ ਮਿਲਨ ਕਰ ਰਹੀ ਹਾਂ। ਇਸ ਯੋਗ ਦੇ ਵਿੱਚ ਆਪਾਂ ਹੁਣ ਜਪਜੀ ਸਾਹਿਬ ਦੇ ਪੌੜੀ ਨੂੰ ਕੰਟੀਨਿਊ ਕਰਾਂਗੇ। 30th ਪੌੜੀ 30ਵੀਂ ਪੌੜੀ ਤੱਕ ਪਹੁੰਚ ਗਿਆ। ਪਿਛਲੀ ਵਾਰੀ ਅਸੀਂ ਉਸ ਦੀ ਆਦੇਸ਼ ਨੂੰ ਸਮਝਿਆ ਅਤੇ ਉਸ ਦੀ 3 ਪੌੜੇ ਆਦੇਸ਼ ਜਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਸ ਦੀ ਗੱਲ ਨੂੰ ਸਮਝਿਆ। ਅਤੇ ਹੁਣ ਆਪਾਂ 30ਵੀਂ ਵੀ ਪੌੜੀ 'ਤੇ ਚੱਲ ਰਹੇ ਹਾਂ। ਇੱਥੇ ਰੱਬ ਕ੍ਰੀਏਟਰ ਹੈ, ਸਸਟੇਨਰ ਹੈ, ਡਿਸਟਰੋਇਰ ਹੈ, ਜੋ ਅਸੀਂ GOD ਜਨਰੇਟਰ ਆਪਰੇਟਰ ਡਿਸਟਰੋਇਰ ਇਸ 'ਤੇ ਗੱਲ ਇਸ ਦੇ ਵਿੱਚ ਹੈ। ਅਤੇ ਜਿਹੜਾ ਹਿੰਦੀ ਵਿੱਚ ਅਸੀਂ ਹਿੰਦੂਆਂ ਬੋਲਦੇ ਨੇ ਤ੍ਰਿਮੂਰਤੀ ਅਤੇ ਕ੍ਰਿਸਟੀਐਨਿਟੀ ਵਿੱਚ ਟ੍ਰਿਨਿਟੀ। ਇਹ ਅੱਜ ਆਪਾਂ ਇਹ 3 ਦੀ ਗੱਲ ਕਰਾਂਗੇ, ਬ੍ਰਹਮਾ ਵਿਸ਼ਨੂੰ ਸ਼ੰਕਰ। ਇਸ ਪੌੜੀ ਦੇ ਵਿੱਚ ਤ੍ਰਿਮੂਰਤੀ ਦੀ ਗਿਆਨ ਹੈਗਾ ਅਤੇ ਆਪਾਂ ਇਸ ਨੂੰ ਰਲ ਮਿਲ ਕੇ ਸਮਝਾਂਗੇ। ਬਹੁਤ ਅਸੀਂ ਗੁਰੂਆਂ ਦੀ ਗੁਰਬਾਣੀ ਦੀ ਖੋਜ ਕਰ ਰਹੇ ਸਾਂ। ਅਸੀਂ ਸੱਚੇ ਸੰਤ ਸਾਧ ਬਣਨ ਦੀ, ਸੱਚੇ ਜੋਗੀ ਬਣਨ ਦੀ, ਉਹ ਝੂਠੀ ਜੋਗੀ ਨੇ ਜਿਹੜੇ ਕਾਂਟੇ ਵਗੈਰਾ ਪਾਏ ਹੁੰਦੇ ਨੇ, ਚੋਲਾ ਵਗੈਰਾ, ਹੱਥ ਵਿੱਚ ਡੰਡਾ ਕਟੋਰੀ ਫੜਿਆ ਹੋਇਆ, ਜਿਹੜਾ ਪਿਛਲੀ ਪੌੜੀ ਵਿੱਚ ਅਸੀਂ ਸੁਣਿਆ ਸੀ ਅਤੇ ਉਸ ਤੋਂ ਬਾਅਦ ਅਸੀਂ ਸੱਚੀ ਯੋਗੀ ਦਾ ਵੀ ਸੁਣਿਆ ਸੀ। ਹੁਣ ਆਪਾਂ ਅੱਗੇ ਚੱਲ ਰਹੇ ਹਾਂ ਇਸ 30th ਪੌੜੀ 'ਤੇ। ਆਓ ਹੁਣ ਆਪਾਂ ਆਪਣੇ ਯੋਗ ਵਿੱਚ ਆਪਾਂ ਇਹ ਪੌੜੀ ਪੜ੍ਹਾਂਗੇ। ਏਕਾ ਮਾਈ ਜੁਗਤ ਵਿਆਈ 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੰਗਲਿਸ਼ ਟਰਾਂਸਲੇਸ਼ਨ ਪੋਇਟਿਕਲੀ ਰਿਟਨ ਹੈ, ਉਸ ਨੂੰ ਆਪਾਂ ਰਲ ਕੇ ਪੜ੍ਹਾਂਗੇ। There is a common belief that the great divine mother propagated a plan to approve 3 disciples or wed the world and created 3 sons. मतलब ਏਕਾ ਮਾਈ ਜੁਗਤ ਵਿਆਈ, ਮਤਲਬ ਇਹ ਜੋ ਤੁਸੀਂ ਸਮਝ ਸਕਦੇ ਹੋ, ਇੱਕ ਮਾਂ ਨੇ 3 ਬੱਚੇ ਪੈਦਾ ਕੀਤਾ। ਮਤਲਬ ਕਿ ਉਸ ਇੱਕ ਓਂਕਾਰ ਇੱਕ ਪਰਮਾਤਮਾ ਦੇ 3 ਬੱਚੇ ਨੇ, ਇਸ ਤਰ੍ਹਾਂ ਸਮਝ ਲਓ ਇਹ ਗੱਲ ਜਿਹੜੀ ਹੋਈ ਹੈ। ਅਤੇ ਇਹ ਵਿਆਹੀ ਵੀ ਬੋਲ ਸਕਦੇ ਹੋ ਕਿ ਉਹ ਮਤਲਬ ਰੱਬ ਦੇ ਨਾਲ ਵਿਆਹੀ ਸੀ ਅਤੇ 3 ਬੱਚੇ ਪੈਦਾ ਕੀਤਾ। ਮਤਲਬ ਇਹ ਪੋਇਟਿਕ ਵੇ ਆਫ ਐਕਸਪ੍ਰੈਸ਼ਨ ਹੈਗਾ। ਵੈਸੇ ਗੱਲ ਹੈ ਕਿ ਉਸ ਪਰਮਾਤਮਾ ਨੇ 3 ਕਾਰਜ ਕਰਨੀ ਹੈ ਜਿਹੜੇ ਅਸੀਂ ਉਸਨੇ ਬੱਚੇ ਸਮਝਦੇ ਹਾਂ, ਬ੍ਰਹਮਾ ਵਿਸ਼ਨੂੰ ਸ਼ੰਕਰ। ਇਹ ਉਸ ਦੀ ਗੱਲ ਹੋ ਰਹੀ ਜੋ 3 ਚੇਲੇ ਪਰਵਾਨ, ਅਤੇ ਉਹ ਚੇਲੇ ਵੀ ਨੇ ਜਾਂ ਉਸਦੇ ਬੱਚੇ ਕਹਾਂਗੇ, ਸੇਮ ਹੈ ਜੋ ਮਤਲਬ ਦੋਨੋਂ ਐਗਜ਼ਾਮਪਲਸ ਠੀਕ ਹੈ। One is Brahma, the creator of beings similar to the householder, ਇੱਕ ਸੰਸਾਰੀ। ਇੱਥੇ ਸੰਸਾਰੀ ਦੀ ਗੱਲ ਜਦੋਂ ਕਰਦੇ ਆ, ਬ੍ਰਹਮਾ ਦੀ ਗੱਲ ਕਰ ਰਹੇ ਨੇ। One is Vishnu, the caretaker who provides like the bread earner. And one is Shankar who brings about destruction, the destroyer.
ਆਪਾਂ ਇਸ ਨੂੰ ਥੋੜ੍ਹਾ ਸਮਝਾਂਗੇ। ਲਿਟਰਲੀ ਅਸੀਂ ਸਮਝ ਚੁੱਕੇ ਹਾਂ ਕਿ ਗੁਰੂ ਨੇ ਟਰਾਂਸਲੇਸ਼ਨ ਵਾਈਜ਼ ਔਰ ਪੋਇਟਿਕਲੀ ਵੀ ਔਰ ਇੱਕ ਇੱਕ ਸ਼ਬਦ ਨੂੰ ਲੈ ਕੇ ਅਸੀਂ ਇਸ ਨੂੰ ਸਮਝ ਗਿਆ। ਪਰ ਇਹ ਜਿਹੜੀ ਅਕਾਲ ਪੁਰਖ ਜੋਤੀ ਬਿੰਦੂ ਹੈ ਅਤੇ ਮੈਂ ਆਤਮਾ ਵੀ ਜੋਤੀ ਬਿੰਦੂ ਆ। ਉਹ ਅਕਾਲ ਪੁਰਖ ਪਰਮਧਾਮ ਦੇ ਨਿਵਾਸੀ ਨੇ, ਉੱਥੇ ਵਸਦੇ ਨੇ ਅਤੇ ਉਹ ਜੋਤੀ ਬਿੰਦੂ ਸੰਸਾਰ ਦਾ ਕਾਰਿਆ ਕਿਵੇਂ ਚਲਾਉਂਦੇ ਨੇ। ਉਹ ਜਿਹੜਾ ਅਸੀਂ ਜਦੋਂ ਨਵਾਂ ਆਉਂਦੇ ਹਾਂ ਉਹ ਤਾਂ ਸਹੀ ਹੈ, ਮਤਲਬ ਕਿ ਉਸ ਵੇਲੇ ਅਸੀਂ ਸਹੀ ਰੂਪ ਵਿੱਚ ਆਉਂਦੇ ਹਾਂ ਅਤੇ ਉਸ ਵੇਲੇ ਅਸੀਂ ਸਿਰਫ ਜੀਣਾ। ਉਸ ਸਹੀ ਰੂਪ ਸਤਯੁਗ ਦੀ ਆਤਮਾ ਜਦੋਂ ਆਉਂਦੀ ਹੈ ਸਤਯੁਗ ਵਿੱਚ, ਉਸ ਨੂੰ ਅਸੀਂ ਵਿਸ਼ਨੂੰ ਕਹਿੰਦੇ ਹਾਂ, ਜਿਹੜਾ ਕਿ ਚੱਲ ਰਿਹਾ ਦੁਨੀਆ ਬ੍ਰੈਡ ਅਰਨਰ ਹੈ, ਮਤਲਬ ਗ੍ਰਸਤੀ ਵਿੱਚ ਆਪਾਂ ਆਸਾਨ ਨਾਲ ਰਹਿ ਰਹੇ ਹਾਂ, ਚੱਲ ਰਿਹਾ। ਕੋਈ ਉੱਥੇ ਸਤਯੁਗ ਵਿੱਚ ਰੱਬ ਦੀ ਲੋੜ ਹੀ ਨਹੀਂ। ਪਿਛਲੇ ਕਾਫੀ ਵਾਰੀ ਅਸੀਂ ਇਸ ਪੁਆਇੰਟ ਦੇ ਉੱਤੇ ਵੀ ਚਰਚਾ ਕਰ ਚੁੱਕੇ ਹਾਂ ਕਿ ਸਤਯੁਗ ਵਿੱਚ ਅਕਰਮ ਹੁੰਦਾ। ਪੌੜੀ ਨੰਬਰ 20 ਦੇ ਵਿੱਚ ਆਪਾਂ ਕਰਮ ਦੇ ਕਾਫੀ ਖੋਜ ਕੀਤਾ। ਉਸ ਦੇ ਵਿੱਚ ਇੱਕ ਪੁਆਇੰਟ ਵੀ ਆਇਆ ਸੀ ਕਿ ਕਰਮ ਦੇ ਖਾਤੇ ਨੂੰ ਸਮਝਦੇ ਹੋਏ ਅਸੀਂ ਸਮਝ ਪਾਵਾਂਗੇ ਕਿ ਅਕਰਮ ਜੋ ਹੈ ਉਹ ਸਤਯੁਗ ਵਿੱਚ ਹੁੰਦੀ ਹੈ। ਸਤਯੁਗ ਅਤੇ ਤ੍ਰੇਤਾ ਵਿੱਚ, ਦੁਆਪਰ ਅਤੇ ਕਲਯੁਗ ਤੋਂ ਬਾਅਦ ਉਹ ਅਕਰਮ ਨਹੀਂ ਹੋ ਸਕਦਾ, ਸੁਕਰਮ ਅਤੇ ਵਿਕਰਮ ਹੁੰਦਾ। ਇੱਥੇ ਵਿਸ਼ਨੂੰ ਦੀ ਗੱਲ ਜਦੋਂ ਅਸੀਂ ਕਰਾਂਗੇ, ਭੰਡਾਰੀ ਦੀ ਗੱਲ ਜਿਹੜਾ ਚੱਲ ਰਿਹਾ ਚਲਾ ਰਿਹਾ, ਉਹ ਆਪਾਂ ਅਕਰਮ ਦੀ ਗੱਲ ਕਰ ਰਹੇ ਹਾਂ। ਅਤੇ ਵਿਸ਼ਨੂੰ ਦਾ ਮਤਲਬ, ਵਿਸ਼ਨੂੰ ਅਸੀਂ ਵੇਖਦੇ ਹਾਂ ਜਦੋਂ ਉਸਦੀ ਉਹ ਐਂਬਲਮ ਹੈਗਾ, ਉਹ ਇਨਸਾਨ ਨਹੀਂ ਹੈਗਾ, ਉਹ ਸਿੰਬਲ ਹੈਗਾ। ਸਾਡੇ ਮਕਸਦ ਹੋਣ ਦਾ ਮਕਸਦ ਜਿਹੜਾ ਇੱਕ ਸੰਸਾਰੀ ਹੈ। ਅਸੀਂ ਇਸ ਵੇਲੇ ਸੰਸਾਰੀ ਹਾਂ। ਅਸੀਂ ਇਸ ਵੇਲੇ ਹਾਊਸ ਹੋਲਡਰ ਵਿੱਚ ਰਹਿ ਕੇ ਆਪਣੇ ਘਰ ਨੂੰ ਨਿਭਾ ਰਹੇ, ਪਰ ਇਸ ਵੇਲੇ ਸਾਨੂੰ ਉਹ ਅਕਾਲ ਪੁਰਖ ਦੀ ਲੋੜ ਹੈਗਾ। ਇਸ ਵੇਲੇ ਇਸ ਨੂੰ ਕਹਾਂਗੇ ਕ੍ਰੀਏਟਰ, ਕਿਉਂਕਿ ਵਿਸ਼ਨੂੰ ਜਿਹੜੀ ਹੈ ਨਾ ਉਹ ਰਿਜ਼ਲਟ ਹੈ। ਇਸ ਵੇਲੇ ਅਸੀਂ ਕਾਰਜ ਜੋ ਕਰਾਂਗੇ ਬ੍ਰਹਮਣ ਬਣਕਰ, ਬ੍ਰਹਮਾ ਦਾ ਮਤਲਬ ਬ੍ਰਹਮਣ, ਬ੍ਰਹਮਾ ਮੇਨ ਹੈ ਅਤੇ ਬ੍ਰਹਮਾ ਦੇ ਅੱਗੋਂ ਬੱਚੇ ਜਿਹੜੇ ਨੇ, ਜਿਹੜੇ ਗਿਆਨ ਪ੍ਰਾਪਤ ਕੀਤੇ ਬ੍ਰਹਮਾ ਮੁਖ ਦੁਆਰਾ, ਉਹਨਾਂ ਨੂੰ ਅਸੀਂ ਬ੍ਰਾਹਮਣ ਕਹਿੰਦੇ ਹਨ। ਅਤੇ ਇਸ ਵਾਸਤੇ ਅਸੀਂ ਸਾਰੇ ਬ੍ਰਹਮਾ ਕੁਮਾਰ ਕੁਮਾਰੀਜ਼, ਮਤਲਬ ਰੱਬੀ ਗਿਆਨ ਬ੍ਰਹਮਾ ਮੁਖ ਦੁਆਰਾ ਜਿਹੜਾ ਸਾਨੂੰ ਮਿਲਦਾ ਉਹ ਅਸੀਂ ਸੁਣਾ ਰਹੇ, ਉਹਦੇ ਉੱਤੇ ਅਸੀਂ ਅਮਲ ਕਰ ਰਹੇ, ਅਸੀਂ ਜ਼ਿੰਦਗੀ ਜੀ ਰਹੇ ਹਾਂ। ਉਸ ਨੂੰ ਆਪਾਂ ਕਹਾਂਗੇ ਕਿ ਆਪਾਂ ਬ੍ਰਾਹਮਣ ਕੁਲ ਦੇ ਹਾਂ। ਉਹ ਇਸ ਵੇਲੇ ਚੱਲ ਰਿਹਾ ਅਤੇ ਇਹ ਸੰਸਾਰੀ ਦੀ ਗੱਲ ਹੈ। ਅਤੇ ਫਿਰ ਆਪਾਂ ਵਿਸ਼ਨੂੰ ਨੂੰ ਹੁਣੇ ਹੀ ਅਸੀਂ ਵਿਸ਼ਨੂੰ ਨੂੰ ਏਮ ਆਬਜੈਕਟ ਬਣਾ ਦਿੱਤਾ। ਇੱਥੇ ਅਸੀਂ ਸਾਰੇ ਇਹ ਗਿਆਨ ਸਿੱਖਣੇ ਆ ਤ੍ਰਿਮੂਰਤੀ ਦੇ ਚੈਪਟਰ ਦੇ ਵਿੱਚ ਕਿ ਵਿਸ਼ਨੂੰ ਸਿੰਬਲ ਹੈ। ਕੋਈ ਇਸ ਤਰ੍ਹਾਂ ਮਨੁੱਖ ਨਹੀਂ ਹੈਗਾ ਜਿਹਦੇ 4 ਹੱਥ ਹੋਣ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਵਿਸ਼ਨੂੰ ਹੈ ਲਕਸ਼ਮੀ ਨਾਰਾਇਣ ਦੀ ਕੰਬਾਈਨਡ ਫੋਰਮ। ਜੇ ਆਪਾਂ ਇਸਤਰੀ ਬਣ ਕੇ ਜਨਮ ਲੈਣਾ ਹੈ ਤਾਂ ਫਿਰ ਸਾਡਾ ਆਬਜੈਕਟ ਹੈ ਕਿ ਲਕਸ਼ਮੀ ਬਣਨਾ। ਜੇ ਆਪਾਂ ਪੁਰਸ਼ ਦੇ ਸਰੀਰ ਵਿੱਚ ਜਨਮ ਲਵਾਂਗੇ, ਮੈਂ ਆਤਮਾ, ਅਤੇ ਫਿਰ ਅਸੀਂ ਨਾਰਾਇਣ ਬਣਨਾ ਚਾਹਾਂਗੇ। ਅਤੇ ਉਹਨਾਂ ਦੇ ਬਚਪਨ ਦਾ ਰੂਪ ਹੈ ਰਾਧਾ ਅਤੇ ਕ੍ਰਿਸ਼ਨ। ਅਤੇ ਜੇ ਮੈਂ ਮਾਂ ਦੇ ਗਰਭ ਵਿੱਚ ਸਤਯੁਗ ਵਿੱਚ ਜਦੋਂ ਪਰਮਧਾਮ ਹੋ ਕੇ ਅਸੀਂ ਆਪਣਾ ਖਾਤਾ ਚੁੱਕ ਕਰਕੇ ਪਰਮਧਾਮ ਰਹਿ ਕੇ, ਮੁਕਤੀ ਧਾਮ ਵਿੱਚ ਰਹਿ ਕੇ ਅਕਾਲ ਪੁਰਖ ਦੇ ਨਾਲ ਫਿਰ ਆਪਾਂ ਨਇਆ ਜਨਮ ਲਵਾਂਗੇ ਨਇਆ ਸ੍ਰਿਸ਼ਟੀ ਦੇ ਵਿੱਚ, ਸਤਯੁਗ ਦੇ ਵਿੱਚ। ਉਹ ਫਿਰ ਪਹਿਲਾ ਸ਼ੁੱਧ ਜਨਮ ਜਿਹੜਾ ਹੁੰਦਾ ਉਹ ਉਸ ਬੱਚਾ ਨੂੰ ਕ੍ਰਿਸ਼ਨਾ ਕਹਿੰਦੇ ਆ, ਪੁਰਸ਼ ਦਾ ਰੂਪ ਵਿੱਚ। ਅਤੇ ਜਿਹੜਾ ਇਸਤਰੀ ਰੂਪ ਵਿੱਚ ਜਨਮ ਲੈਂਦਾ ਸਭ ਤੋਂ ਪਹਿਲਾਂ ਸ਼ੁੱਧ ਇਸਤਰੀ, ਉਸ ਨੂੰ ਰਾਧਾ ਕਹਿੰਦੇ ਆ। ਅਤੇ ਇਹ ਬਚਪਨ ਦੇ ਨਾਂ ਨੇ। ਜਿਵੇਂ ਗੁਰਬਾਣੀ ਵੀ ਅਕਾਲ ਪੁਰਖ ਤੋਂ ਬਿਨਾਂ ਅਸੀਂ ਗੁਰਬਾਣੀ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਸਮਝ ਸਕਦੇ। ਆਪਾਂ ਸਾਰੇ ਆਪਣੇ ਆਪਣੇ ਅਲੱਗ ਅਲੱਗ ਵਿਚਾਰਾਂ ਨਾਲ ਗੁਰਬਾਣੀ ਨੂੰ ਵੀ ਟਰਾਂਸਲੇਟ ਕਰਨੇ ਆ, ਆਪਣੇ ਮਤ ਦੇ ਮੁਤਾਬਿਕ ਆਪਾਂ ਟਰਾਂਸਲੇਟ ਕਰਨੇ ਆ, ਉਹ ਵੀ ਠੀਕ ਹੈ। ਅਤੇ ਕਿਉਂਕਿ ਸਾਡੀ ਅਵਸਥਾ ਬਦਲਦੀ ਹੈ, ਕੋਈ ਗਲਤ ਨਹੀਂ ਕਰ ਰਿਹਾ, ਸਾਰੇ ਠੀਕ ਹੀ ਕਰ ਰਹੇ ਨੇ। ਲੇਕਿਨ ਕਈ ਵਾਰੀ ਅਸੀਂ ਇਸ ਗੱਲ ਨੂੰ ਦੂਜਿਆਂ ਨੂੰ ਦੋਸ਼ ਦਿੰਦੇ ਕਿ ਤੂੰ ਸਹੀ ਨਹੀਂ ਬੋਲ ਰਿਹਾ, ਤੂੰ ਸਹੀ ਨਹੀਂ ਬੋਲ ਰਿਹਾ, ਮੈਂ ਸਹੀ ਬੋਲ ਰਹੀ। ਇਹ ਗੱਲ ਨਹੀਂ ਹੈ। ਸਾਰੇ ਆਪਣੇ ਆਪਣੇ ਪਰਸਪੈਕਟਿਵਸ ਤੋਂ, ਆਪਣੇ ਆਪਣੇ ਮਨ ਦੀ ਅਵਸਥਾ ਤੋਂ, ਆਪਣੇ ਪਿਆਰ ਅਤੇ ਸ਼ਰਧਾ ਦੇ ਵਿੱਚ ਹੀ ਟਰਾਂਸਲੇਟ ਕਰਦੇ ਨੇ। ਇਸ ਵਾਸਤੇ ਕੋਈ ਕਿਸੇ ਦੀ ਗਲਤੀ ਨਹੀਂ ਹੈ। ਉਹ ਜੋ ਹੋ ਰਿਹਾ ਠੀਕ ਹੋ ਰਿਹਾ। ਪਰ ਆਪਾਂ ਇੱਥੇ ਆ ਕੇ ਜਦ ਪਰਮਾਤਮਾ ਪਰਮ ਪਿਤਾ ਮਿਲਦੇ ਨੇ ਅਤੇ ਫਿਰ ਉਹ ਕਲੀਅਰ ਕਰਦੇ ਨੇ ਇੱਕ ਇੱਕ ਪੁਆਇੰਟ। ਮੈਨੂੰ ਜਿਹੜੀ ਕਲੈਰਿਟੀ ਮਿਲੀ ਹੈ, ਫਿਰ ਮੈਂ ਗੁਰਬਾਣੀ ਨੂੰ ਉਸ ਕਲੈਰਿਟੀ ਦੇ ਨਾਲ ਸਮਝ ਪਾਈ
ਤੇ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਸਹੀ ਮਤਲਬ ਕਿ ਉਸ ਪਰਮਾਤਮਾ ਦੀ ਸੱਚਤਾ ਨੂੰ ਜਾਣਦੇ, ਉਸ ਦੇ ਨਾਲ ਪੜ੍ਹਦੇ ਹਾਂ। ਅਤੇ ਇਹ ਤ੍ਰਿਮੂਰਤੀ ਦੇ ਚੈਪਟਰ ਇੱਥੇ ਮੈਂ ਵੀ ਹੈਰਾਨ ਹੋ ਗਈ ਸਾਂ ਕਿ ਗੁਰਬਾਣੀ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਜ਼ਿਕਰ ਕੀਤਾ, ਅਤੇ ਬਹੁਤ ਖੁਸ਼ੀ ਦੇ ਨਾਲ ਮੈਂ ਇਹ ਆਪ ਜੀ ਦੇ ਸਾਹਮਣੇ ਇਹ ਚੈਪਟਰ ਰੱਖ ਰਹੀ ਹਾਂ। ਅਤੇ ਜੇ ਆਪ ਜੀ ਨੂੰ ਮੌਕਾ ਮਿਲੇ ਸੰਸਥਾ ਵਿੱਚ ਜ਼ਰੂਰ ਚਾਹੀਏ, ਉਹ ਯੂਨੀਵਰਸਿਟੀ ਹੈ, ਯੂਨੀਵਰਸਲ ਯੂਨੀਵਰਸਿਟੀ ਹੈ, ਉੱਥੇ ਜਾ ਕੇ ਤੁਸੀਂ ਇਸ ਚੈਪਟਰ ਨੂੰ ਸਮਝ ਸਕਦੇ, ਬਲਕਿ ਸਾਰਾ ਬੇਸਿਕ ਕੋਰਸ ਜ਼ਰੂਰ ਕਰਿਓ, ਇੱਕ ਵਾਰੀ ਜ਼ਿੰਦਗੀ ਵਿੱਚ ਕਰਨੀ ਜ਼ਰੂਰੀ ਹੈ। ਅਤੇ ਤ੍ਰਿਮੂਰਤੀ ਅਸੀਂ ਗੱਲ ਕਰੇ ਸਾਂ ਤਾਂ ਵਿਸ਼ਨੂੰ ਜਿਹੜੀ ਹੈ ਉਹ ਸਿੰਬਲ ਹੈ, ਲਕਸ਼ਮੀ ਨਾਰਾਇਣ ਦੀ ਕੰਬਾਈਨਡ ਫਾਰਮ। ਜਦੋਂ ਰਾਧਾ ਕ੍ਰਿਸ਼ਨਾ ਦੀ ਅਸੀਂ ਗੱਲ ਕਰ ਰਹੇ ਸਾਂ, ਸਤਯੁਗ ਬਚਪਨ ਪਹਿਲੀ ਜੋਤ ਜਿਹੜੀ ਆਉਂਦੀ ਹੈ ਖੇਡ ਖੇਡਣ ਵਾਸਤੇ ਸਤਯੁਗ ਵਿੱਚ, ਜਿਸ ਬਾਈਬਲ ਵਿੱਚ ਐਡਮ ਐਂਡ ਈਵ ਕਹਿੰਦੇ ਆ, ਆਦਿ ਦੇਵ ਆਦਿ ਦੇਵੀ ਫਸਟ, ਆਦਿ ਦਾ ਮਤਲਬ ਸਭ ਤੋਂ ਪਹਿਲਾ। ਅਤੇ ਉਹ ਦੋਵੇਂ ਅਲੱਗ ਅਲੱਗ ਪੈਦਾ ਹੁੰਦੇ ਨੇ ਅਲੱਗ ਅਲੱਗ ਘਰਾਂ ਵਿੱਚ। ਜਦ ਵੱਡੇ ਹੁੰਦੇ ਨੇ ਅਤੇ ਇਹਨਾਂ ਦੀ ਸਵੈੰਵਰ ਹੁੰਦੀ ਹੈ, ਸ਼ਾਦੀ ਹੁੰਦੀ ਹੈ, ਵਿਆਹ ਹੁੰਦਾ, ਫਿਰ ਉਹਨਾਂ ਦਾ ਨਾਮ ਬਦਲੀ ਹੋ ਜਾਂਦੀ ਹੈ, ਲਕਸ਼ਮੀ ਨਾਰਾਇਣ ਬਣ ਜਾਂਦੇ ਨੇ। ਉਹਨਾਂ ਦਾ ਇਕੱਠਾ ਜਦੋਂ ਇਕੱਠੇ ਹੁੰਦੇ ਨੇ ਫਿਰ ਰਾਜ ਗੱਦੀ ਦੇ ਉੱਤੇ ਬਹਿੰਦੇ ਨੇ, ਉਹ ਰੂਪ ਨੂੰ ਅਸੀਂ ਵਿਸ਼ਨੂੰ ਕਹਿੰਦੇ ਹਾਂ। ਮਤਲਬ ਸਭ ਤੋਂ ਵੱਡਾ ਜਿਹੜਾ ਸਭ ਤੋਂ ਬਿਊਟੀਫੁਲ ਮੈਨ ਪੁਰਸ਼ ਅਤੇ ਸਭ ਤੋਂ ਬਿਊਟੀਫੁਲ ਇਸਤਰੀ, ਜੋ ਬਾਹਰਲੀ ਤੌਰ 'ਤੇ ਵੀ ਬਿਊਟੀਫੁਲ ਪਰ ਅੰਦਰ ਮਨੋਂ ਸੰਪੂਰਨ ਸੋਲਾ ਕਲਾ 100% ਭਰਪੂਰ ਇੱਕਦਮ ਰੱਬੀ ਰੂਪ, ਉਸ ਨੂੰ ਅਸੀਂ ਕਹਿੰਦੇ ਹਾਂ ਵਿਸ਼ਨੂੰ ਦਾ ਰੂਪ। ਅਤੇ ਇਹ ਸਾਡੀ ਬ੍ਰਹਮਣ ਜੀਵਨ ਵਿੱਚ ਅਸੀਂ ਕਰ ਰਹੇ ਹਾਂ ਖੋਜ, ਅਸੀਂ ਕਰ ਰਹੇ ਹਾਂ ਸਰਮ ਐਫਰਟ, ਅਤੇ ਉਹ ਕਰਦੇ ਆਪਾਂ ਫਿਰ ਉਹ ਸਾਨੂੰ ਮਿਲੇਗੀ ਫਲ। ਅਤੇ ਉਹ ਫਲ ਜਿਹੜੇ ਮਿਲੇ, ਰਿਜ਼ਲਟ ਜਿਹੜੇ ਉਹ ਸਤਯੁਗ ਵਿੱਚ ਮਿਲਦੀ ਹੈ। ਹੁਣ ਵੀ ਮਿਲਦੀ, ਹੁਣ ਵੀ ਖੁਸ਼ੀ ਹੁੰਦੀ ਹੈ ਕਿ ਰੱਬ ਦੇ ਨਾਲ ਅਸੀਂ ਪਲ ਰਹੇ ਹਾਂ, ਰੱਬੀ ਗਿਆਨ ਲੈ ਰਹੇ ਹਾਂ, ਰੱਬ ਰੋਜ਼ ਸਾਡੇ ਨਾਲ ਗੱਲਾਂ ਕਰ ਰਹੇ, ਨਵੀਆਂ ਨਵੀਆਂ ਗੱਲਾਂ ਕਰ ਰਹੇ ਨੇ। ਇਸ ਜਨਮ ਵਿੱਚ ਵੀ ਖੁਸ਼ੀ ਪਾਉਂਦੇ ਹਾਂ, ਪਰ ਉਹ ਜਨਮ ਵਿੱਚ ਸਤਯੁਗ ਮਿਲਦੀ ਹੈ, ਉਹ ਰਿਜ਼ਲਟ ਹੈ। ਅਤੇ ਵਿਸ਼ਨੂੰ ਜਾਂ ਜਿਹੜਾ ਐਂਬਲਮ ਹੈ, ਉਹਨਾਂ ਦੇ ਹੱਥ ਵਿੱਚ ਜਿਹੜੇ 4 ਚੀਜ਼ੇ ਫੜੇ ਨੇ, ਪਹਿਲਾਂ ਵੀ ਮੇਰੇ ਖਿਆਲ ਸ਼ਾਇਦ ਪੌੜੀ ਨੰਬਰ 20 ਵਿੱਚ ਸ਼ਾਇਦ ਜਾਂ ਕੋਈ ਹੋਰ ਪੌੜੀ ਵਿੱਚ ਅਸੀਂ ਇਸ ਗੱਲ ਨੂੰ ਜ਼ਿਕਰ ਕਰ ਚੁੱਕੇ ਹਾਂ ਕਿ ਵਿਸ਼ਨੂੰ ਦੇ ਹਰ ਇੱਕ ਚੀਜ਼ ਜਿਹੜਾ ਹੱਥ ਵਿੱਚ ਉਹਨਾਂ ਫੜਿਆ ਹੈ, ਉਹ ਸਾਡੀ ਬ੍ਰਹਮਣ ਜੀਵਨ ਦਾ, ਕਿਉਂਕਿ ਐਂਬਲਮ ਹੈ, ਗੋਲ ਹੈ ਸਾਡੀ ਇਸ ਵੇਲੇ ਬ੍ਰਹਮਣ ਜੀਵਨ ਦਾ, ਉਹ ਸਾਡੇ ਵਾਸਤੇ ਕਿ ਅਸੀਂ ਕਮਲ ਪੁਸ਼ਪ ਬਣਨਾ, ਕਮਲ ਵਰਗਾ ਕਲਯੁਗ ਵਿੱਚ ਰਹਿੰਦੇ ਆ, ਬਾਹਰ ਕਲਯੁਗ ਚੱਲ ਰਿਹਾ, ਪਰ ਆਪਾਂ ਸੰਗਮ ਦੇ ਬੇੜੀ ਵਿੱਚ ਚੜ੍ਹ ਗਏ ਅਤੇ ਅਸੀਂ ਕਮਲ ਬਣ ਗਿਆ। ਗਦਾ ਦੀ ਗੱਲ ਕਰਨੀ ਹੈ ਜੋ ਮੱਤ ਨੂੰ ਮਾਰਦੀ ਹੈ, ਸ਼ੰਖ ਦੀ ਗੱਲ ਹੈ ਉਸਦੀ ਆਵਾਜ਼ ਫੈਲਾਉਣਾ ਹੈ ਕਿ ਰੱਬ ਆਇਆ ਹੈ ਅਤੇ ਉਸਦੀ ਗਿਆਨ ਸੁਣੋ ਅਤੇ ਆਓ ਰੱਬ ਨੂੰ ਯਾਦ ਕਰੀਏ, ਉਸਨੂੰ ਭੁੱਲੋ ਨਾ। ਇਹ ਮਤਲਬ ਕਿ ਉਸਨੂੰ ਆਵਾਜ਼ ਫੈਲਾਉਣਾ, ਸਭ ਨੂੰ ਦੱਸਣਾ, ਆਪ ਜਪੋ ਅਵਰਾ ਨਾਮ ਜਪਾਵੋ ਦੀ ਗੱਲ ਹੈ। ਅਤੇ ਫਿਰ 4th ਹੈਂਡ ਦੇ ਚੱਕਰ, ਸ੍ਰਿਸ਼ਟੀ ਚੱਕਰ ਨੂੰ ਸਮਝਣਾ ਕਿ ਆਪਾਂ ਪਰਮ ਧਾਮ ਤੋਂ ਆ ਕੇ ਸਤਯੁਗ ਵਿੱਚ ਖੇਡਦੇ ਹਾਂ, ਫਿਰ ਤ੍ਰੇਤਾ ਵਿੱਚ ਚਲੇ ਜਾਂਦੇ ਹਾਂ, ਅਤੇ ਫਿਰ ਦੁਆਪਰ ਵਿੱਚ ਅਸੀਂ ਫਿਰ ਰੱਬ ਨੂੰ ਭੁੱਲ ਜਾਂਦੇ ਹਾਂ, ਦੁਆਪਰ ਵਿੱਚ ਫਿਰ ਕਲਯੁਗ ਵਿੱਚ ਇੱਕਦਮ ਗਿਰ ਜਾਂਦੇ ਹਾਂ, ਫਿਰ ਅੰਤ 'ਤੇ ਕਿਧਰੇ ਸੰਗਮ ਯੁੱਗ ਵਿੱਚ ਅਕਾਲ ਪੁਰਖ ਆਉਂਦੇ ਨੇ, ਫਿਰ ਸਾਨੂੰ ਉਹ ਸੰਗਮ ਯੁੱਗ ਬ੍ਰਹਮਣ ਜੀਵਨ ਦਾ, ਫਿਰ ਆਪਾਂ ਫਿਰ ਵਿਸ਼ਨੂੰ ਦਾ ਰੂਪ ਲਕਸ਼ਮੀ ਨਾਰਾਇਣ ਰਾਧਾ ਕ੍ਰਿਸ਼ਨਾ ਬਣ ਕੇ ਸਤਯੁਗ ਵਿੱਚ ਆਉਂਦੇ ਹਾਂ। ਅਤੇ ਹਾਂ, ਹੁਣ ਆਪਾਂ ਦੇਖਾਂਗੇ ਤੀਸਰਾ ਪੁੱਤਰ, ਕਿਉਂਕਿ ਬ੍ਰਹਮਾ ਅਤੇ ਬ੍ਰਹਮਣ ਕੁਲ ਦਾ ਅਸੀਂ ਕਰ ਬੈਠਿਆ ਵਿਚਾਰ, ਵਿਸ਼ਨੂੰ ਦਾ ਅਸੀਂ ਕਰ ਬੈਠਿਆ ਵਿਚਾਰ, ਵਿਸ਼ਨੂੰ ਦੇ ਨਾਲ ਸਤਯੁਗ ਦੇ ਸਾਰੇ ਦੇਵੀ ਦੇਵਤਾएं ਦੀ ਗੱਲ ਹੁੰਦੀ ਹੈ ਸਾਡਾ ਮਕਸਦ। ਔਰ ਤੀਸਰਾ ਜਿਹੜਾ ਹੈ ਉਹ ਸ਼ੰਕਰ, ਇੱਥੇ ਲਿਖਿਆ ਹੂ ਬ੍ਰਿੰਗਸ ਅਬਾਊਟ ਡਿਸਟਰਕਸ਼ਨ, ਇੱਕ ਲਾਏ ਦੀ ਬਾਣ। ਇੱਥੇ ਡਿਸਟਰਕਸ਼ਨ ਦਾ ਮਤਲਬ ਸਫਾਈ। ਹੁਣ ਦੇਖੋ ਕਲਯੁਗ ਵਿੱਚ ਧਰਤੀ, ਆਕਾਸ਼, ਪਾਣੀ, ਸਾਰਾ ਹਵਾ, ਸਾਰਾ ਗੰਦਗੀ ਨਾਲ ਪੋਲਿਊਟਡ ਹੈਗਾ। ਸਾਨੂੰ ਸਾਰਿਆਂ ਨੂੰ ਪਤਾ ਕਿ ਇੰਨੀ ਪੋਲਿਊਸ਼ਨ ਫੈਲ ਚੁੱਕੀ ਹੈ ਕਿ ਅਸੀਂ ਜੇ ਇਸ ਤਰ੍ਹਾਂ ਜਿਉਂਦੇ ਜਾਏ ਅਤੇ ਇਸ ਰੇਟ ਆਫ ਪਾਪੂਲੇਸ਼ਨ ਵੱਧਦੀ ਜਾਏ, 40-50 ਈਅਰਸ ਦੇ ਵਿੱਚ ਸਾਨੂੰ ਆਕਸੀਜਨ ਲੈਣ ਵਾਸਤੇ ਹਵਾ ਨਹੀਂ ਮਿਲੇਗੀ। ਇਹ ਕਲਾਈਮੇਟ ਚੇਂਜ ਟਾਕਸ ਵਿੱਚ ਯੂਨਾਈਟਿਡ ਨੇਸ਼ਨਸ ਵਿੱਚ ਮੈਂ ਇਹ ਗੱਲ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਮੀਟਿੰਗ ਵਿੱਚ ਕਰ ਚੁੱਕੇ ਹਾਂ, ਇਸ ਨੂੰ ਸਮਝ ਚੁੱਕੇ ਹਾਂ। ਅਤੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸਮਝਣਾ ਪਏਗਾ ਕਿ ਇਹ ਕਲਯੁਗੀ ਦੇ ਮਤਲਬ ਕਿ 5 ਤੱਤਵ ਵੀ ਇੰਨਾ ਗਿਰ ਚੁੱਕੇ ਆ
ਤੇ ਸਰੀਰ ਦਾ ਪੰਜ ਤੱਤਵ ਵਿਗੜ ਚੁੱਕਿਆ ਤੇ ਅੰਦਰ ਮਨ ਦੇ ਵਿੱਚ ਵਿਕਾਰ ਨਾਲ ਅਸੀਂ ਪੜ ਗਿਆ ਤੇ ਇਹ ਦੁਨੀਆ ਨੂੰ ਛੱਡਣੀ ਪੈ ਗਈ, ਇਹ ਦੁਨੀਆ ਦੀ ਸਫਾਈ ਹੋਣੀ ਪੈ ਗਈ। ਫਿਰ ਉਹੀਓ ਅਸੀਂ ਬ੍ਰਾਹਮਣ ਜੋਤ ਜਿਹੜੇ ਬ੍ਰਾਹਮਣ ਬਣੇ ਆ, ਰੱਬ ਦਾ ਬ੍ਰਹਮਾ ਜਿਸ ਤੰਦ ਵਿੱਚ ਰੱਬ ਹੁੰਦਾ ਉਹ ਫਿਰ ਸ਼ੰਕਰ ਬਣਦਾ ਹੈ। ਜਦੋਂ ਆਪਣਾ ਕਰਮ ਅਤੀਤ ਅਵਸਥਾ ਅਸੀਂ ਪਾ ਜਾਂਦੇ ਹਾਂ, ਫਿਰ ਅਸੀਂ ਫਰਿਸ਼ਤੇ ਬਣ ਜਾਂਦੇ ਹਾਂ। ਉਹ ਫਰਿਸ਼ਤੇ ਦਾ ਰੂਪ ਨੂੰ ਆਪਾਂ ਐਂਜਲਿਕ ਰੂਪ ਨੂੰ ਅਸੀਂ ਸ਼ੰਕਰ ਸਮਝਾਂਗੇ ਕਿ ਉਸ ਵੇਲੇ ਫਿਰ ਬਿਨਾਂ ਕੱਪੜੇ ਤੋਂ ਮਤਲਬ ਬਿਨਾਂ ਇਸ ਸਰੀਰ ਤੋਂ ਆਪਾਂ ਰੱਬ ਦਾ ਸੇਵਾ ਕਰਾਂਗੇ ਫਰਿਸ਼ਤੇ ਬਣ ਕਰ। ਔਰ ਕ੍ਰਿਸਚੀਅਨਿਟੀ ਵਿੱਚ ਅਸੀਂ ਇਹ ਗੱਲ ਬਹੁਤ ਵੇਖਦੇ ਹਾਂ ਅਤੇ ਸਾਡੇ ਮਤਲਬ ਹਿੰਦੂਆਂ ਵਿੱਚ ਵੀ ਮਤਲਬ ਇੰਡੀਅਨ ਕਮਿਊਨਿਟੀ ਵਿੱਚ ਵੀ ਫਰਿਸ਼ਤੇ ਦੀ ਜਿਹੜੀ ਗੱਲ ਕਰਦੇ ਪਰੀਆਂ ਦੀ ਗੱਲ ਹੁੰਦੀ ਹੈ ਅਤੇ ਕ੍ਰਿਸਚੀਅਨਿਟੀ ਵਿੱਚ ਐਂਜਲਸ ਕਹਿੰਦੇ ਨੇ, ਥਾਂ ਥਾਂ 'ਤੇ ਐਂਜਲਸ ਲਾਉਂਦੇ ਨੇ। ਅਤੇ ਇਹ ਜਿਹੜੇ ਐਂਜਲਸ ਹੈ ਕਿਉਂ ਅਸੀਂ ਸਮਝਦੇ ਹਾਂ ਸਾਡੀ ਐਂਜਲ ਰੱਖਿਆ ਕਰ ਰਹੇ ਨੇ, ਪਰੀਆਂ ਅਤੇ ਫਰਿਸ਼ਤੇ ਸਾਡੇ ਧਿਆਨ ਰੱਖਦੇ ਆ, ਸਾਨੂੰ ਇਹ ਕਹਿਣ ਦੇ ਨਾਲ ਬਹੁਤ ਅੱਛੀ ਫੀਲਿੰਗ ਆਉਂਦੀ ਹੈ। ਇਹ ਗੱਲ ਸਿਰਫ ਕਲਯੁਗ ਵਿੱਚ ਅਸੀਂ ਕਹਿ ਸਕਦੇ ਹਾਂ। ਔਰ ਕਲਯੁਗ ਦੇ ਅੰਤ ਵਿੱਚ ਜਦੋਂ ਅਕਾਲ ਪੁਰਖ ਆਉਂਦੇ ਨੇ ਅਤੇ ਸਾਨੂੰ ਬ੍ਰਹਮਣ ਕੁਲ ਵਿੱਚ ਲਿਆਉਂਦੇ ਨੇ ਅਤੇ ਬ੍ਰਹਮਣ ਕੁਲ ਹੀ ਫਿਰ ਫਰਿਸ਼ਤੇ ਅਤੇ ਐਂਜਲ ਬਣਨਗੇ ਅਤੇ ਉਹੀਓ ਫਿਰ ਦੇਵਤਾ ਬਣਨਗੇ। ਸੋ ਬ੍ਰਹਮਣ ਸੋ ਫਰਿਸ਼ਤਾ ਸੋ ਦੇਵਤਾ, ਇਹ ਉਹਨਾਂ ਦੀ ਮਹਾਨ ਵਾਕਿਆ ਹੈ। ਅਤੇ ਜੇ ਅਸੀਂ ਬ੍ਰਹਮਣ ਨਹੀਂ ਬਣਨੇ ਮਤਲਬ ਅਕਾਲ ਪੁਰਖ ਦੇ ਰਾਹ 'ਤੇ ਨਹੀਂ ਟੁਰਾਂਗੇ, ਆਪਾਂ ਮਤਲਬ ਮੁਰਲੀ ਅਤੇ ਅੰਮ੍ਰਿਤ ਵੇਲਾ ਨਹੀਂ ਉਠਾਂਗੇ, ਉਸ ਦੇ ਨਾਲ ਲਿਵ ਨਹੀਂ ਲਾਵਾਂਗੇ, ਫਿਰ ਆਪਾਂ ਫਰਿਸ਼ਤੇ ਵੀ ਨਹੀਂ ਬਣਾਂਗੇ, ਫਿਰ ਸਾਡਾ ਉਹ ਸ਼ੰਕਰ ਦਾ ਰੋਲ ਨਹੀਂ ਹੋਏਗਾ। ਪਰ ਜੋ ਵੀ ਹੋ ਰਿਹਾ ਠੀਕ ਹੋ ਰਿਹਾ। ਅਗਰ ਸਾਡਾ ਰੋਲ ਹੈ ਜਾਂ ਨਹੀਂ ਹੈ ਉਹਦੀ ਕੋਈ ਅਹਿਮੀਅਤ ਨਹੀਂ। ਬਸ ਤੁਸੀਂ ਫੀਲ ਕਰਨਾ ਤੁਹਾਨੂੰ ਕੀ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ। ਕੀ ਤੁਸੀਂ ਫਰਿਸ਼ਤਾ ਬਣਨਾ ਚਾਹੁੰਦੇ ਹੋ ਕਿ ਤੁਸੀਂ ਰੱਬ ਦੀ ਸੇਵਾ ਵਿੱਚ ਦੁਨੀਆ ਦੀ ਸਫਾਈ ਹੋਏਗੀ ਅਤੇ ਉਸੇ ਥਾਂ 'ਤੇ ਕਿਉਂਕਿ ਧਰਤੀ 'ਤੇ ਹੀ ਹੋਇਆ, ਧਰਤੀ ਦੀ ਸਫਾਈ ਜਦ ਹੁੰਦੀ ਹੈ ਫਿਰ ਉਸੇ ਧਰਤੀ ਦੇ ਉੱਤੇ ਨਵੀਂ ਯੁੱਗ ਸ਼ੁਰੂ ਹੋਏਗੀ, ਸਤਯੁਗ, ਖੂਬਸੂਰਤ ਯੁੱਗ ਜਿੱਥੇ ਕਾਰਾਂ ਨਹੀਂ ਵਿਮਾਨ ਚੱਲਣਗੇ ਹਵਾ ਵਿੱਚ, ਸਾਰੇ ਦੇ ਇੱਕ ਦੋ ਸੀਟ ਵਾਲਾ ਵਿਮਾਨ ਅਤੇ ਟ੍ਰੈਫਿਕ ਵੀ ਨਹੀਂ ਹੋਏਗੀ ਕਿਉਂਕਿ ਅਸੀਂ ਵਿਮਾਨ ਆਸਮਾਨ ਵਿੱਚ ਕਿੱਥੇ ਟ੍ਰੈਫਿਕ ਹੋਏਗੀ, ਉਹ ਤਾਂ ਖੁੱਲ੍ਹੀ ਜਗ੍ਹਾ ਹੈ। ਅਤੇ ਇੰਨੀ ਖੂਬਸੂਰਤ ਦੁਨੀਆ ਵਿੱਚ ਆਪਾਂ ਆਵਾਂਗੇ। ਤੁਸੀਂ ਸੋਚਿਓ ਕਿ ਤੁਸੀਂ ਵੀ ਫਰਿਸ਼ਤਾ ਬਣਨਾ ਚਾਹੁੰਦੇ ਹੋ, ਐਂਜਲ ਬਣਨਾ ਚਾਹੁੰਦੇ ਹੋ ਅਤੇ ਫਿਰ ਜ਼ਰੂਰ ਅਕਾਲ ਪੁਰਖ ਦੇ ਰਾਹ 'ਤੇ ਟੁਰੋ। ਅਤੇ ਇਹ ਪੌੜੀ ਨੂੰ ਆਪਾਂ ਘੜੀ ਵਹਿੰਦਿਆਂ ਟਾਈਮ ਵਹਿੰਦਿਆਂ ਇੱਥੇ ਕੰਪਲੀਟ ਕਰਾਂਗੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ ਅਤੇ ਇੱਕ ਲਾਏ ਦੀ ਬਾਣ। ਅਤੇ ਮੈਂ ਆਪਾਂ ਅਕਾਲ ਪੁਰਖ ਨੂੰ ਮਿਲ ਕੇ ਮਨ ਦੇ ਵਿੱਚ ਆਪ ਜੀ ਦਾ ਸ਼ੁਕਰੀਆ, ਉਸ ਦੀ ਸ਼ੁਕਰੀਆ, ਥੈਂਕ ਯੂ। ਏਕ ਓਂਕਾਰ, ਓਮ ਸ਼ਾਂਤੀ।